Hello students, today we will start the part 2 of chapter 2, that is acid, bases and salts. In part 1 video we have already learned about the acids, bases and its chemical properties. In this video we will discuss about the pH scale, salts and its uses. Let's start. First की करेंगे ਆਪਾਂ universal indicator. It is a mixture of several indicators. The universal indicator shows the different colors at different concentration of the hydrogen ions in a solution. यूनिवर्सल इंडिकेटर की ਹੁੰਦਾ ਹੈ यूनिवर्सल इंडिकेटर ਆਪਾਂ ਕੀ ਫਸਟ ਵੀਡੀਓ ਦੇ ਵਿੱਚ ਇੰਡੀਕੇਟਰ ਪੜ੍ਹੇ ਸੀਗੇ ਕਿਹੜੇ ਇੰਡੀਕੇਟਰ ਪੜ੍ਹੇ ਸੀਗੇ ਨੈਚੁਰਲ ਇੰਡੀਕੇਟਰਸ ਜਿਵੇਂ ਲਿਟਮਸ ਪੇਪਰ ਸੀ ਫਿਨੋਪਥਲਿਨ ਸੀਗਾ ਤੇ ਟਰਮਰਿਕ ਸੀਗਾ ਹਨਾ ਟਰਮਰਿਕ ਸੋਲੂਸ਼ਨ ਬਾਰੇ ਪੜ੍ਹੇ ਸੀ ਇਟ ਇਜ਼ ਅ ਮਿਕਸਚਰ ਆਫ ਸੈਵਰਲ ਇੰਡੀਕੇਟਰਸ ਇਹ ਸਾਰੇ ਇੰਡੀਕੇਟਰਸ ਨੂੰ ਮਿਕਸ ਕਰਕੇ ਕੀ ਆਪਾਂ ਯੂਨੀਵਰਸਲ ਇੰਡੀਕੇਟਰ ਨੂੰ ਬਣਾਉਣੇ ਆ ਯੂਨੀਵਰਸਲ ਇੰਡੀਕੇਟਰ ਸ਼ੋਜ਼ ਦੀ ਡਿਫਰੈਂਟ ਕਲਰਸ ਐਟ ਡਿਫਰੈਂਟ ਕੰਸਨਟ੍ਰੇਸ਼ਨ ਆਫ ਹਾਈਡਰੋਜਨ ਆਇਨ ਇਨ ਅ ਸੋਲੂਸ਼ਨ यूनिवर्सल इंडिकेटर की आपको डिफरेंट कलर शो करता है जो कि है कंसनट्रेशन ऑफ हाइड्रोजन आयन की सोल्यूशन की है डिफरेंट होगी जिमें जिमें कंसनट्रेशन ऑफ H+ आयन्स की है डिफरेंट होगी उमें उमें आपको की कलर शो करूगा ठीक है A scale for measuring the hydrogen ion concentration in a solution called the pH scale. ਜਿਹੜੀ scale ਨਾਲ ਆਪਾਂ ਕੀ ਆ concentration measure ਕਰਦੇ ਆ hydrogen ions ਦੀ solution ਦੇ ਵਿੱਚ ਉਹਨੂੰ ਆਪਾਂ ਕੀ ਕਹਿੰਦੇ ਆ pH scale ਕਹਿੰਦੇ ਆ ਠੀਕ ਹੈ ਜਿਵੇਂ ਕਿ ਹੁਣ ਸਕਰੀਨ ਦੇ ਵਿੱਚ ਤੁਹਾਨੂੰ ਕੀ ਇੱਕ scale ਦਿਖ ਰਿਹਾ ਠੀਕ ਹੈ ਉਹਨੂੰ ਆਪਾਂ ਕੀ ਕਹਿੰਦੇ ਆ pH scale ਕਹਿੰਦੇ ਆ pH ਕੀ ਹੁੰਦੀ ਹੈ power of hydrogen ions ਇਹਨੂੰ ਆਪਾਂ ਕੀ ਹੈ power of H+ ions ਵੀ ਕਹਿੰਦੇ ਆ pH scale ਦੇ ਵਿੱਚ ਆਪਾਂ ਕੀ ਕਰਦੇ ਹਾਂ pH scale we can measure the pH journey from 0 to 14 ਇਹਦੇ ਵਿੱਚ ਆਪਾਂ ਕੀ 0 to 14 ਤੱਕ ਇਹ ਮੇਜ਼ਰ ਕਰਦੇ ਆ pH values ਨੂੰ ਠੀਕ ਹੈ pH of a neutral solution is 7 ਜਿਹੜਾ ਨਿਊਟਰਲ ਸੋਲੂਸ਼ਨ ਹੋਗਾ ਉਹਦੀ pH ਵੈਲਿਊ ਕਿੰਨੀ ਹੋਊਗੀ 7 ਹੋਗੀ ਜਿੱਦਾਂ ਕਿ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿ 7 ਦੀ ਕੀ ਹੈ ਉਹਦੀ ਕੀ ਨਿਊਟਰਲ ਸੋਲੂਸ਼ਨ ਲਿਖਿਆ ਹੋਇਆ ਠੀਕ ਹੈ Next की है the values less than 7 on the pH scale represent acidic solution. Values की 7 तो ਜਿਹੜੀਆਂ less ਹੋਣਗੀਆਂ ਉਹ ਆਪਾਂ ਨੂੰ ਕੀ ਸ਼ੋ ਕਰਨਗੀਆਂ ਉਹ ਆਪਾਂ ਨੂੰ ਕੀ acidic solution ਸ਼ੋ ਕਰਨਗੀਆਂ ਠੀਕ ਹੈ ਤੇ ਜਿਹੜੀਆਂ values ਕੀ ਹੈ 7 ਤੋਂ ਜ਼ਿਆਦਾ ਉਹ ਆਪਾਂ ਨੂੰ ਕੀ ਹੈ basic solution ਸ਼ੋ ਕਰਨਗੀਆਂ ਕਿ basic properties ਸ਼ੋ ਕਰਨੀਆਂ 7 ਤੋਂ ਜ਼ਿਆਦਾ 7 ਤੋਂ ਕੀ ਹੈ ਨੀਚੇ ਵਾਲੀਆਂ less than 7 ਉਹ ਆਪਾਂ ਨੂੰ ਕੀ ਹੈ acidic properties ਸ਼ੋ ਕਰਨਗੀਆਂ ਠੀਕ ਹੈ ਹੁਣ ਤੁਸੀਂ ਜਿਹੜੀ ਸਕਰੀਨ ਦੇ ਉੱਤੇ ਕੀ ਹੈ ਸਕਰੀਨ ਦੇ ਉੱਤੇ ਜਿਹੜਾ ਤੁਸੀਂ pH ਸਕੇਲ ਦੇਖ ਰਹੇ ਹੋ ਇਹਦੇ ਵਿੱਚ ਕੀ ਹੈਗਾ ਇੱਕ ਕੀ ਹੈ ਬਲੂ ਪਾਰਟ ਹੈ ਤੇ ਇੱਕ ਕੀ ਹੈ ਵਾਈਟ ਪਾਰਟ ਹੈ ਨਾ ਵਾਈਟ ਪੋਰਸ਼ਨ ਹੈ ਜਿਹੜਾ ਉਹ ਕੀ ਹੈ ਕੰਸਨਟ੍ਰੇਸ਼ਨ ਆਫ OH- ਆਇਨ ਸ਼ੋ ਕਰ ਰਿਹਾ ਹੈ ਤੇ ਬਲੂ ਪੋਰਸ਼ਨ ਕੀ ਹੈ ਕੰਸਨਟ੍ਰੇਸ਼ਨ ਆਫ H+ ਆਇਨ ਸ਼ੋ ਕਰ ਰਿਹਾ ਠੀਕ ਹੈ ਇਹਦੇ ਵਿੱਚ ਕੀ ਹੈ ਜਿਵੇਂ ਆਪਾਂ ਕੀ ਹੈ ਲੈਸ ਦੈਨ 7 ਜਿਵੇਂ 7 ਤੋਂ ਕਿ ਨੀਚੇ ਆ ਰਿਹਾ ਤੇ ਕੰਸਨਟ੍ਰੇਸ਼ਨ ਆਫ H+ ਆਇਨਸ ਕੀ ਹੈ ਇਨਕਰੀਜ਼ ਹੋ ਰਿਹਾ ਠੀਕ ਹੈ ਤੇ ਇਹਦਾ ਮਤਲਬ ਕਿ ਉਹਦੀ ਐਸਿਡਿਕ ਪ੍ਰੋਪਰਟੀਜ਼ ਇਨਕਰੀਜ਼ ਹੋ ਰਹੀਆਂ ਤੇ ਜਦੋਂ ਆਪਾਂ ਕੀ 7 ਤੋਂ ਕੀ ਅਬਵ ਜਾਵਾਂਗੇ 7 to 14 ਜਾਵਾਂਗੇ ਤੇ ਉੱਥੇ ਕੀ ਹੈ ਬਲੂ ਪੋਰਸ਼ਨ ਕੀ ਘਟ ਰਿਹਾ ਠੀਕ ਹੈ ਮਤਲਬ ਕਿ ਉੱਥੇ ਕੰਸਨਟ੍ਰੇਸ਼ਨ ਆਫ H+ ਆਇਨਸ ਘਟ ਰਿਹਾ ਠੀਕ ਹੈ ਤੇ ਉੱਥੇ ਕੀ ਹੈ ਵਾਈਟ ਪੋਰਸ਼ਨ ਜ਼ਿਆਦਾ ਹੈ ਵਾਈਟ ਪੋਰਸ਼ਨ ਆਪਾਂ ਨੂੰ ਕੀ ਸ਼ੋ ਕਰਦਾ ਸੀ ਕੰਸਨਟ੍ਰੇਸ਼ਨ ਆਫ OH- ਆਇਨ ਮਤਲਬ ਉੱਥੇ ਕੀ ਹੈ OH- ਆਇਨਸ ਦੀ ਕੰਸਨਟ੍ਰੇਸ਼ਨ ਜ਼ਿਆਦਾ ਤਾਂ ਉਹ ਆਪਾਂ ਨੂੰ ਕੀ ਬੇਸਿਕ ਪ੍ਰੋਪਰਟੀਜ਼ ਸ਼ੋ ਕਰ ਰਿਹਾ ਤੇ ਲੈਫਟ ਹੈਂਡ ਸਾਈਡ ਤੇ ਕੀ ਆਪਾਂ ਨੂੰ ਕੀ ਬਲੂ ਪੋਰਸ਼ਨ ਜ਼ਿਆਦਾ ਤਾਂ ਉਹ ਕੀ H+ ਆਇਨ ਕੰਸਨਟ੍ਰੇਸ਼ਨ ਸ਼ੋ ਕਰ ਰਿਹਾ ਤੇ ਵਾਈਟ ਪੋਰਸ਼ਨ ਕੀ ਘੱਟ ਹੈ ਤਾਂ ਮਤਲਬ ਕਿ OH- ਦੀ ਕੰਸਨਟ੍ਰੇਸ਼ਨ ਘੱਟ ਹੈ ਠੀਕ ਹੈ ਉਹ ਆਪਾਂ ਨੂੰ ਕੀ ਐਸਿਡਿਕ ਪ੍ਰੋਪਰਟੀਜ਼ ਸ਼ੋ ਕਰ ਰਿਹਾ ਠੀਕ ਹੈ ਨੈਕਸਟ ਕੀ ਹੈ ਐਸਿਡਸ ਦੈਟ ਗਿਵਸ ਰਾਈਜ਼ ਟੂ ਮੋਰ H+ ਆਇਨਸ are said to be strong acid ਜਿੱਥੇ ਕੀ ਹੈ ਜ਼ਿਆਦਾ ਮਤਲਬ ਐਸਿਡਸ ਦੇ ਵਿੱਚ ਕੀ ਹੈ ਜ਼ਿਆਦਾ H+ ਆਇਨਸ ਹੋਣਗੇ ਉਹਨੂੰ ਆਪਾਂ ਕੀ ਕਹਾਂਗੇ ਸਟਰੋਂਗ ਐਸਿਡਸ ਕਹਾਂਗੇ ਠੀਕ ਹੈ ਤੇ ਐਸਿਡਸ ਦੈਟ ਗਿਵਸ ਦੀ ਲੈਸ H+ ਆਇਨਸ ਉਹਨੂੰ ਆਪਾਂ ਕੀ ਕਹਾਂਗੇ ਵੀਕ ਐਸਿਡ ਕਹਾਂਗੇ ਜਿਹਦੇ ਵਿੱਚ ਕੀ ਹੈ H+ ਆਇਨਸ ਦੀ ਕੰਸਨਟ੍ਰੇਸ਼ਨ ਕੀ ਹੈ ਘੱਟ ਹੋਗੀ ਉਹਨੂੰ ਆਪਾਂ ਕੀ ਕਹਾਂਗੇ ਵੀਕ ਐਸਿਡ ਕਹਾਂਗੇ ਜਿਹਦੇ ਵਿੱਚ ਕੀ ਹੈ ਜ਼ਿਆਦਾ H+ ਆਇਨਸ ਦੀ ਕੰਸਨਟ੍ਰੇਸ਼ਨ ਹੋਗੀ ਉਹਨੂੰ ਆਪਾਂ ਕੀ ਕਹਾਂਗੇ ਸਟਰੋਂਗ ਐਸਿਡ ਕਹਾਂਗੇ ਇੱਕ ਨੈਕਸਟ ਪਿਕਚਰ ਹੈ ਉਹਦੇ ਵਿੱਚ ਆਪਾਂ ਨੂੰ ਕੀ ਹੈਗੀ pH ਵੈਲਿਊਜ਼ ਦੱਸੀਆਂ ਹੋਈਆਂ ਠੀਕ ਹੈ ਜਿਵੇਂ ਕਿ ਗੈਸਟ੍ਰਿਕ ਜੂਸ ਹੈ ਨਾ ਗੈਸਟ੍ਰਿਕ ਜੂਸ ਦੀ ਵੈਲਿਊ ਆਪਾਂ ਨੂੰ ਕਿੰਨੀ ਦਿੱਤੀ ਹੋਈ ਹੈ 1.2 ਹੈ ਗੈਸਟ੍ਰਿਕ ਜੂਸ ਜਿਵੇਂ ਆਪਣੇ ਗੈਸਟ੍ਰਿਕ ਜੂਸ ਕਿਹੜਾ HCl ਹੈ HCl ਕੀ ਹੈ ਐਸਿਡਿਕ ਹੈ ਤੇ ਉਹਦੀ ਆਪਾਂ ਨੂੰ ਕੀ ਹੈ 1.2 pH ਵੈਲਿਊ ਦਿੱਤੀ ਹੋਈ ਹੈ ਠੀਕ ਹੈ ਨੈਕਸਟ ਕੀ ਲੈਮਨ ਜੂਸ ਦੀ ਆਪਾਂ ਨੂੰ pH ਵੈਲਿਊ ਦਿੱਤੀ ਹੋਈ ਹੈ 2.2 ਲੈਮਨ ਜੂਸ ਵੀ ਕੀ ਹੈ ਐਸਿਡਿਕ ਹੈ ਠੀਕ ਹੈ
ਤੇ ਜਿਹੜਾ ਪਿਓਰ ਆਪਣਾ ਕੀ ਹੈ ਪਿਓਰ ਵਾਟਰ ਬਲੱਡ ਹੈ, ਬਲੱਡ ਦੀ ਆਪਣੀ ਕੰਸਨਟ੍ਰੇਸ਼ਨ ਕਿੰਨੀ ਹੈ 7.4, ਬਲੱਡ ਦੀ ਆਪਣੀ ਪੀਐਚ ਵੈਲਿਊ ਕਿੰਨੀ ਹੈ 7.4 ਹੈ। ਠੀਕ ਹੈ। ਨੈਕਸਟ ਕੀ ਹੈ ਮਿਲਕ ਆਫ ਮੈਗਨੀਸ਼ੀਆ, ਇਹਦੀ ਕਿੰਨੀ ਹੈ 10 ਪੀਐਚ ਵੈਲਿਊ ਹੈ। ਅੱਗੇ ਸੋਡੀਅਮ ਹਾਈਡਰੋਕਸਾਈਡ ਦੀ ਉਹਦੀ ਕੀ ਹੈ ਪੀਐਚ ਵੈਲਿਊ ਕੀ ਹੈ ਅਬਵ 14 ਹੈ। ਸੋਡੀਅਮ ਹਾਈਡਰੋਕਸਾਈਡ ਕੀ ਹੈ ਬੇਸ ਹੈ, ਇਸ ਲਈ ਉਹਦੀ ਕੀ ਹੈ ਵੈਲਿਊ ਪੀਐਚ ਵੈਲਿਊ ਕੀ ਹੈ 14 ਅਬਵ 14 ਹੈ। ਠੀਕ ਹੈ। ਨੈਕਸਟ ਆਪਾਂ ਪੜਾਂਗੇ ਇੰਪੋਰਟੈਂਸ ਆਫ ਪੀਐਚ ਇਨ ਐਵਰੀਡੇ ਲਾਈਫ। ਪੀਐਚ ਵੈਲਿਊ ਦੀ ਕੀ ਆਪਣੀ ਮਤਲਬ ਰੋਜ਼ ਦੀ ਜ਼ਿੰਦਗੀ ਦੇ ਵਿੱਚ ਕੀ ਇੰਪੋਰਟੈਂਸ ਹੈ। ਠੀਕ ਹੈ। ਆਰ ਬੋਡੀ ਵਰਕਸ ਵਿਦ ਇਨ ਪੀਐਚ ਰੇਂਜ 7 to 7.8, ਜਿਹੜੀ ਆਪਣੀ ਬੋਡੀ ਹੈ ਉਹ ਕਿੰਨੀ ਪੀਐਚ ਰੇਂਜ ਦੇ ਵਿੱਚ ਕੰਮ ਕਰਦੀ ਹੈ 7 ਤੇ 7.8 ਦੇ ਵਿੱਚ ਆਪਣੀ ਕੀ ਹੈ ਬੋਡੀ ਕੰਮ ਕਰਦੀ ਹੈ। ਠੀਕ ਹੈ। ਵੈਨ ਪੀਐਚ ਆਫ ਰੇਨ ਵਾਟਰ ਇਜ਼ ਲੈਸ ਦੈਨ 5.6 ਇਟ ਇਜ਼ ਕਾਲਡ ਐਜ਼ ਦ ਐਸਿਡ ਰੇਨ। ਜਦੋਂ ਆਪਣੀ ਕੀ ਹੈ ਰੇਨ ਵਾਟਰ ਦੀ ਕੀ ਹੈ ਪੀਐਚ ਵੈਲਿਊ ਕੀ ਹੈ ਲੈਸ ਦੈਨ 5.6 ਹੋ ਜਾਂਦੀ ਹੈ, ਉਹਨੂੰ ਆਪਾਂ ਕੀ ਕਹਿੰਦੇ ਹਾਂ ਐਸਿਡ ਰੇਨ ਕਹਿੰਦੇ ਹਾਂ। ਠੀਕ ਹੈ। The plants also require a specific pH range for their healthy growth. ਜਿਹੜੇ plants ਹੈ ਉਹਨਾਂ ਨੂੰ ਵੀ ਕੀ ਇੱਕ specific pH range ਚਾਹੀਦੀ ਹੁੰਦੀ ਹੈ ਉਹਨਾਂ ਦੀ ਕੀ ਹੈ healthy growth ਦੇ ਲਈ। ਹੁਣ ਆਪਾਂ ਨੂੰ ਪਤਾ plants ਕੀ ਅਲੱਗ-ਅਲੱਗ ਹੈ, ਉਹਨਾਂ ਦੀ ਸਾਰਿਆਂ ਦੀ ਕੀ ਹੈ ਅਲੱਗ-ਅਲੱਗ pH range ਹੋਊਗੀ। ਠੀਕ ਹੈ। ਨੈਕਸਟ ਕੀ ਹੈ pH change as the cause of the tooth decay, ਹੈ ਨਾ। ਜਿਵੇਂ ਜਿਵੇਂ ਆਪਣੀ ਪੀਐਚ ਚੇਂਜ ਹੋ ਜਾਂਦੀ ਹੈ ਆਪਣੀ ਕੀ ਹੈ ਦੰਦ ਕੀ ਗਲਣ ਲੱਗ ਜਾਂਦੇ, ਉਹਨਾਂ ਦਾ ਕਾਰਨ ਕੀ ਹੈ ਟੁੱਥ ਡਿਕੇ ਸਟਾਰਟਸ ਵੈਨ ਦੀ ਪੀਐਚ ਆਫ ਦੀ ਮਾਊਥ ਇਜ਼ ਲੋਅਰ ਦੈਨ 5.5। ਜਦੋਂ ਆਪਣੀ ਕੀ ਹੈ ਮਾਊਥ ਦੀ ਪੀਐਚ ਰੇਂਜ ਕੀ ਹੈ ਲੈਸ ਦੈਨ 5.5 ਹੋ ਜਾਂਦੀ ਹੈ, ਉਦੋਂ ਆਪਣੀ ਕੀ ਹੈ ਟੁੱਥ ਕੀ ਹੈ ਗਲਣ ਲੱਗ ਜਾਂਦੇ, ਆਪਣੀ ਟੀਥ ਕੀ ਹੈ ਪੀਲੇ ਪੈਣ ਲੱਗ ਜਾਂਦੇ। ਠੀਕ ਹੈ। ਟੁੱਥ ਇਨੇਮਲ ਮੇਡ ਅਪ ਆਫ ਦੀ ਕੈਲਸ਼ੀਅਮ ਹਾਈਡਰੋਕਸੀ ਐਪਾਟਾਈਟ, ਜਿਹੜੇ ਆਪਣੀ ਕੀ ਦੰਦ ਨੇ ਉਹ ਕਿਹੜੇ ਸਬਸਟਾਂਸ ਤੋਂ ਬਣੇ ਆ ਕੈਲਸ਼ੀਅਮ ਹਾਈਡਰੋਕਸੀ ਐਪਾਟਾਈਟ ਤੋਂ ਬਣੇ ਆ। ਠੀਕ ਹੈ। ਇਹ ਕੀ ਕ੍ਰਿਸਟਲਿਨ ਫਾਰਮ ਆਫ ਕੈਲਸ਼ੀਅਮ ਫੋਸਫੇਟ, ਇਹ ਕੀ ਹੈ ਕੈਲਸ਼ੀਅਮ ਫੋਸਫੇਟ ਦੀ ਕੀ ਹੈ ਕ੍ਰਿਸਟਲ ਫਾਰਮ ਦੇ ਵਿੱਚ ਹੁੰਦੇ ਆ। ਨੈਕਸਟ ਕੀ ਹੈਗਾ ਬੈਕਟੀਰੀਆ ਪ੍ਰੈਜ਼ੈਂਟ ਇਨ ਦੀ ਮਾਊਥ ਪ੍ਰੋਡਿਊਸ ਦੀ ਐਸਿਡ ਬਾਈ ਦੀ ਡੀਗ੍ਰੇਡੇਸ਼ਨ ਆਫ ਦੀ ਸ਼ੂਗਰ ਐਂਡ ਦੀ ਫੂਡ ਪਾਰਟੀਕਲਸ ਰਿਮੇਨਿੰਗ ਇਨ ਦੀ ਮਾਊਥ ਆਫਟਰ ਈਟਿੰਗ। ਜਿਹੜੇ ਆਪਣੇ ਕੀ ਬੈਕਟੀਰੀਆ ਹੁੰਦੇ ਆ ਮਾਊਥ ਦੇ ਵਿੱਚ ਉਹ ਕੀ ਆਪਣੀ ਕੀ ਐਸਿਡ ਪ੍ਰੋਡਿਊਸ ਕਰਦੇ ਆ। ਠੀਕ ਹੈ। ਉਹ ਕੀ ਕਰਦੇ ਆ ਸ਼ੂਗਰ ਤੇ ਕੀ ਫੂਡ ਨੂੰ ਕੀ ਡੀਗ੍ਰੇਡ ਕਰ ਦਿੰਦੇ ਆ, ਉੱਥੋਂ ਕੀ ਐਸਿਡ ਪ੍ਰੋਡਿਊਸ ਕਰਦੇ ਆ ਜਿਹਦੇ ਨਾਲ ਆਪਣੇ ਕੀ ਹੈ ਮਾਊਥ ਦੀ ਪੀਐਚ ਵੈਲਿਊ ਕੀ ਹੈ ਲੋਅਰ ਹੋ ਜਾਂਦੀ ਹੈ 5.5 ਤੇ ਉਹਦੇ ਨਾਲ ਆਪਣੇ ਕੀ ਹੈ ਦੰਦ ਕੀ ਗਲਣ ਲੱਗ ਜਾਂਦੇ ਆ। ਠੀਕ ਹੈ। ਇਸ ਲਈ ਹਮੇਸ਼ਾ ਆਪਾਂ ਨੂੰ ਕੀ ਚਾਹੀਦਾ ਜਦੋਂ ਵੀ ਆਪਾਂ ਖਾਣਾ ਖਾਂਦੇ ਹਾਂ ਆਪਾਂ ਨੂੰ ਹਮੇਸ਼ਾ ਕੀ ਹੈ ਆਪਣਾ ਮੂੰਹ ਕੀ ਹੈ ਸਾਫ਼ ਕਰਨਾ ਚਾਹੀਦਾ। ਠੀਕ ਹੈ। ਨੈਕਸਟ ਕੀ ਹੈ ਪੀਐਚ ਇਨ ਆਰ ਡਾਈਜੈਸਟਿਵ ਸਿਸਟਮ। ਹੁਣ ਆਪਾਂ ਕੀ ਹੈ ਪੀਐਚ ਰੇਂਜ ਦੇਖਾਂਗੇ ਆਪਣੀ ਡਾਈਜੈਸਟਿਵ ਸਿਸਟਮ ਦੇ ਵਿੱਚ ਕੀ ਹੈ ਆਰ ਸਟਮਕ ਪ੍ਰੋਡਿਊਸਿਸ ਦੀ ਹਾਈਡਰੋਕਲੋਰਿਕ ਐਸਿਡ। ਆਪਣਾ ਜਿਹੜਾ ਸਟਮਕ ਹੈਗੀ ਆ ਉਹ ਕੀ ਹੈ ਹਾਈਡਰੋਕਲੋਰਿਕ ਐਸਿਡ ਪ੍ਰੋਡਿਊਸ ਕਰਦਾ, ਉਹ ਕੀ ਹੈ HCl ਨੂੰ ਪ੍ਰੋਡਿਊਸ ਕਰਦਾ ਤੇ HCl ਦੀ ਆਪਾਂ ਪੀਐਚ ਵੈਲਿਊ ਕੀ ਆ ਪਿਕਚਰ ਦੇ ਵਿੱਚ ਪੜ੍ਹੀ ਸੀ ਕਿੰਨੀ ਸੀ 1.2। ਠੀਕ ਹੈ। During the indigestion, the stomach produces too much acid and this causes the pain and irritation। ਜਿਹੜੀ ਆਪਣਾ ਕੀ HCl ਹੈ ਆਪਾਂ ਨੂੰ ਕੀ ਡਾਈਜੈਸ਼ਨ ਦੇ ਵਿੱਚ ਕੀ ਹੈਲਪ ਕਰਦਾ। ਠੀਕ ਹੈ। ਜਦੋਂ ਆਪਣੀ ਕੀ ਆਪਾਂ ਨੂੰ ਕੀ ਇੰਡਾਈਜੈਸ਼ਨ ਹੋ ਜਾਂਦੀ ਹੈ ਆਪਣੀ ਫੂਡ ਕੀ ਪਚਦਾ ਨਹੀਂ ਹੈਗਾ ਤੇ ਉਦੋਂ ਆਪਣਾ ਕੀ ਸਟਮਕ ਕੀ ਇੰਨਾ ਜ਼ਿਆਦਾ ਐਸਿਡ ਪ੍ਰੋਡਿਊਸ ਕਰਦਾ ਜਿਹੜਾ ਆਪਾਂ ਨੂੰ ਕੀ ਪੇਨ ਤੇ ਕੀ ਇਰੀਟੇਸ਼ਨ ਦੇ ਦਿੰਦਾ, ਉਹਨੂੰ ਆਪਾਂ ਕੀ ਕਹਿੰਦੇ ਹਾਂ ਜਿੱਦਾਂ ਆਪਾਂ ਕਹਿ ਦਿੰਦੇ ਹਾਂ ਐਸਿਡਿਟੀ ਹੋ ਗਈ ਹੈ ਨਾ, ਉਹਨੂੰ ਆਪਾਂ ਕੀ ਐਸਿਡਿਟੀ ਦਾ ਨਾਮ ਦਿੰਦੇ ਹਾਂ। ਟੂ ਗੈਟ ਰਿਡ ਆਫ ਦਿਸ ਪੇਨ ਪੀਪਲ ਯੂਜ਼ ਬੇਸ ਕਾਲਡ ਦੀ ਐਂਟਾਸਿਡ, ਹੈ ਨਾ। ਆਪਾਂ ਇਸ ਪੇਨ ਤੋਂ ਕੀ ਰਿਲੀਫ ਪਾਉਣ ਦੇ ਲਈ ਆਪਾਂ ਕੀ ਯੂਜ਼ ਕਰਦੇ ਹਾਂ ਬੇਸ ਯੂਜ਼ ਕਰਦੇ ਹਾਂ, ਹੈ ਨਾ, ਉਹਨੂੰ ਆਪਾਂ ਕੀ ਕਹਿੰਦੇ ਹਾਂ ਐਂਟਾਸਿਡ ਕਹਿੰਦੇ ਹਾਂ। These antacid neutralize the excess acid। ਜਿਹੜੇ ਐਂਟਾਸਿਡਸ ਹੋਣਗੇ ਇਹ ਕੀ ਹੈ ਜ਼ਿਆਦਾ ਜਿਹੜਾ ਐਸਿਡ ਆ ਉਹਨੂੰ ਕੀ ਨਿਊਟਰਲਾਈਜ਼ ਕਰ ਦੇਣਗੇ ਤੇ ਆਪਾਂ ਨੂੰ ਕੀ ਪੇਨ ਤੋਂ ਕੀ ਰਿਲੀਫ ਮਿਲ ਜੂਗੀ। ਠੀਕ ਹੈ। ਐਂਟਾਸਿਡ ਦੇ ਵਿੱਚ ਕੀ ਮੈਗਨੀਸ਼ੀਅਮ ਹਾਈਡਰੋਕਸਾਈਡ ਪਾਇਆ ਜਾਂਦਾ ਜਿਹਨੂੰ ਆਪਾਂ ਕੀ ਕਹਿੰਦੇ ਹਾਂ ਮਿਲਕ ਆਫ ਮੈਗਨੀਸ਼ੀਆ ਕਹਿੰਦੇ ਹਾਂ। ਠੀਕ ਹੈ। ਨੈਕਸਟ ਆਪਾਂ ਪੜਾਂਗੇ ਸੈਲਫ ਡਿਫੈਂਸ ਬਾਈ ਦੀ ਐਨੀਮਲਸ ਐਂਡ ਦੀ ਪਲਾਂਟਸ ਥਰੂ ਦੀ ਕੈਮੀਕਲ ਵਾਰਫੇਅਰ ਦੀ ਹੈ ਨਾ। ਬੀ ਸਟਿੰਗ ਲੀਵਸ ਐਨ ਐਸਿਡ। ਬੀ ਸਟਿੰਗ ਜਦੋਂ ਆਪਾਂ ਡੰਗ ਮਾਰਦੀ ਉਹਦੇ ਵਿੱਚ ਕੀ ਐਸਿਡ ਹੁੰਦਾ, ਕਿਹੜਾ ਐਸਿਡ ਹੁੰਦਾ ਮਿਥੇਨੋਇਕ ਐਸਿਡ ਹੁੰਦਾ ਵਿਚ ਕਾਜ਼ਸ ਦੀ ਪੇਨ ਐਂਡ ਦੀ ਇਰੀਟੇਸ਼ਨ। ਉਹ ਆਪਾਂ ਨੂੰ ਪੇਨ ਤੇ ਕੀ ਇਰੀਟੇਸ਼ਨ ਦਿੰਦਾ ਹੈ ਨਾ। use a mild base like baking soda on the sting area gives the relief, है ना। ਉਸ ਤੋਂ ਆਪਾਂ ਪੇਨ ਤੇ ਇਰੀਟੇਸ਼ਨ ਤੋਂ ਬਚਣ ਲਈ ਆਪਾਂ ਕੀ ਕਰਦੇ ਆਂਗੇ ਬੇਕਿੰਗ ਸੋਡਾ ਲਗਾਉਨੇ ਆ ਜਿੱਥੇ ਆਪਾਂ ਨੂੰ ਸਟਿੰਗ ਕੀਤਾ ਹੁੰਦਾ ਏਰੀਆ ਦੇ ਵਿੱਚ ਤਾਂ ਕਿ ਆਪਾਂ ਨੂੰ ਉਸ ਪੇਨ ਤੋਂ ਕੀ ਰਿਲੀਫ ਮਿਲ ਸਕੇ। ਠੀਕ ਹੈ।
ਅੱਗੇ ਆਪਾਂ ਕੀ ਕੁਝ ਨੈਚੁਰਲ ਸੋਰਸਿਸ ਦੀ ਬਾਰੇ ਪੜਾਂਗੇ ਜਿਹੜੇ ਆਪਾਂ ਕੀ ਡੇਲੀ ਲਾਈਫ ਦੇ ਵਿੱਚ ਯੂਜ਼ ਕਰਦੇ ਆ ਤੇ ਉਹਨਾਂ ਦੇ ਵਿੱਚ ਕਿਹੜੇ-ਕਿਹੜੇ ਐਸਿਡ ਪਾਏ ਜਾਂਦੇ ਆ ਉਹ ਦੇਖਾਂਗੇ। ਵਿਨੇਗਰ ਕੀ ਆਪਾਂ ਸਿਰਕਾ ਯੂਜ਼ ਕਰਦੇ ਆ, ਜਿਵੇਂ ਅਚਾਰ ਵਗੈਰਾ ਦੇ ਵਿੱਚ ਆਪਾਂ ਸਿਰਕਾ ਯੂਜ਼ ਕਰਦੇ ਉਹਨੂੰ ਆਪਾਂ ਕੀ ਵਿਨੇਗਰ ਕਹਿੰਦੇ ਆ। ਵਿਨੇਗਰ ਦੇ ਵਿੱਚ ਕੀ ਹੈ ਐਸਿਟਿਕ ਐਸਿਡ ਹੁੰਦਾ, ਠੀਕ ਹੈ। ਕਿਹੜਾ ਐਸਿਡ ਹੁੰਦਾ? ਐਸਿਟਿਕ ਐਸਿਡ। ਔਰੇਂਜ ਦੇ ਵਿੱਚ ਆਪਾਂ ਨੂੰ ਕੀ ਸਿਟਰਿਕ ਐਸਿਡ ਹੁੰਦਾ, ਠੀਕ ਹੈ। ਟੈਮਰਿੰਡ ਦੇ ਵਿੱਚ ਕੀ ਹੈ ਇਮਲੀ ਦੇ ਵਿੱਚ ਕੀ ਹੈ ਟਾਰਟਰਿਕ ਐਸਿਡ ਹੁੰਦਾ। ਟਮੈਟੋ ਦੇ ਵਿੱਚ ਕੀ ਹੈ ਆਕਜ਼ੈਲਿਕ ਐਸਿਡ ਪਾਇਆ ਜਾਂਦਾ। ਕਰਡ ਦੇ ਵਿੱਚ ਆਪਾਂ ਨੂੰ ਕੀ ਹੈ ਲੈਕਟਿਕ ਐਸਿਡ ਪਾਇਆ ਜਾਂਦਾ। ਲੈਮਨ ਦੇ ਵਿੱਚ ਕੀ ਹੈ ਸਿਟਰਿਕ ਐਸਿਡ ਪਾਇਆ ਜਾਂਦਾ। ਆਂਟ ਸਟਿੰਗ ਜਿਹੜੀ ਕੀ ਆ ਕੀੜੀਆਂ ਹੁੰਦੀਆਂ ਉਹਨਾਂ ਦੇ ਵਿੱਚ ਕਿਹੜਾ ਮਿਥੇਨੋਇਕ ਐਸਿਡ ਪਾਇਆ ਜਾਂਦਾ। ਤੇ ਬੀ ਸਟਿੰਗ ਬਾਰੇ ਆਪਾਂ ਪੜ੍ਹ ਚੁੱਕੇ, ਉਹਦੇ ਵਿੱਚ ਵੀ ਕੀ ਹੈ ਮਿਥੇਨੋਇਕ ਐਸਿਡ ਪਾਇਆ ਜਾਂਦਾ। ਇਹ ਕੀ ਹੈ ਇੰਪੋਰਟੈਂਟ ਆਪਾਂ ਨੂੰ ਕੀ ਹੈ ਯਾਦ ਰੱਖਣਾ ਪੈਣਾ ਕਿ ਵਿਨੇਗਰ ਦੇ ਵਿੱਚ ਕਿਹੜੇ ਜਿਵੇਂ ਜਿਹੜੇ ਨੈਚੁਰਲ ਸੋਰਸਿਸ ਆ ਉਹਨਾਂ ਦੇ ਵਿੱਚ ਕਿਹੜੇ ਐਸਿਡ ਆਪਾਂ ਨੂੰ ਪੇਪਰ ਦੇ ਵਿੱਚ ਪੁੱਛੇ ਜਾ ਸਕਦੇ ਆ, ਠੀਕ ਹੈ। ਨੈਕਸਟ ਆਪਾਂ ਕੀ ਹੈ ਸੌਲਟਸ ਦੇ ਬਾਰੇ ਪੜਾਂਗੇ। ਫੈਮਿਲੀ ਆਫ ਸੌਲਟ ਕੀ ਹੁੰਦਾ? ਸੌਲਟ ਇਜ਼ ਐਨ ਆਇਨਿਕ ਕੰਪਾਊਂਡ ਫਾਰਮਡ ਬਾਈ ਦੀ ਨਿਊਟਰਲਾਈਜੇਸ਼ਨ ਰਿਐਕਸ਼ਨ। ਆਪਾਂ ਕੀ ਸੌਲਟ ਦੇ ਬਾਰੇ ਪੜ੍ਹ ਰੱਖਿਆ। ਜਦੋਂ ਆਪਾਂ ਕੀ ਐਸਿਡ ਨੂੰ ਕੀ ਬੇਸ ਦੇ ਨਾਲ ਰਿਐਕਟ ਕਰਦੇ ਹਾਂ ਤਾਂ ਉਹ ਕੀ ਸੌਲਟ ਪਲੱਸ ਕੀ ਵਾਟਰ ਦਿੰਦੇ ਆ ਕਿ ਨਿਊਟਰਲਾਈਜੇਸ਼ਨ ਰਿਐਕਸ਼ਨ ਹੈ, ਠੀਕ ਹੈ। ਆਪਾਂ ਕਿਹੜੀ ਨਿਊਟਰਲਾਈਜੇਸ਼ਨ ਰਿਐਕਸ਼ਨ ਕੀਤੀ ਸੀ? HCl ਨੂੰ ਜਦੋਂ ਆਪਾਂ ਕੀ NaOH ਦੇ ਨਾਲ ਰਿਐਕਟ ਕਰਵਾਉਂਦੇ ਆ ਉਹ ਆਪਾਂ ਨੂੰ ਕੀ ਹੈ NaCl ਦਿੰਦਾ ਤੇ ਕੀ ਵਾਟਰ ਦਿੰਦਾ। ਸੌਲਟ ਨੂੰ ਆਪਾਂ ਕੀ ਆਇਨਿਕ ਕੰਪਾਊਂਡ ਕਿਉਂ ਕਹਿੰਦੇ ਆ? ਇਹ ਕੀ ਆਇਨਸ ਦੇ ਵਿੱਚ ਟੁੱਟ ਜਾਂਦਾ। ਆਪਾਂ ਦੇਖਿਆ ਸੀ H+Cl- Na+ ਤੇ ਕੀ OH-। ਇਹ ਕੀ ਆਇਨਸ ਦੇ ਵਿੱਚ ਹੁੰਦਾ ਉਹਨੂੰ ਆਪਾਂ ਤਾਂ ਹੀ ਕੀ ਹੈ ਸੌਲਟ ਨੂੰ ਆਪਾਂ ਕੀ ਆਇਨਿਕ ਕੰਪਾਊਂਡ ਕਹਿੰਦੇ ਆ, ਠੀਕ ਹੈ। ਜਦੋਂ ਕਿ ਆਇਨਸ ਦੇ ਵਿੱਚ ਹੁੰਦਾ ਤਾਂ Na ਤੇ Cl ਕੀ ਆਪਸ ਦੇ ਵਿੱਚ ਜੁੜ ਕੇ ਕੀ ਸੌਲਟ ਬਣਾ ਲੈਂਦੇ ਨੇ ਤੇ ਬਾਕੀ ਜਿਹੜੇ H+ ਤੇ OH- ਕੀ ਵਾਟਰ ਬਣਾ ਲੈਂਦੇ ਨੇ, ਠੀਕ ਹੈ। ਸੌਲਟ ਨੂੰ ਆਪਾਂ ਕੀ ਆਇਨਿਕ ਕੰਪਾਊਂਡ ਕਹਿੰਦੇ ਆ। ਅੱਗੇ ਕੀ ਇੰਪੋਰਟੈਂਟ ਪੁਆਇੰਟਸ ਦੇ ਬਾਰੇ ਪੜਾਂਗੇ। ਸਟਰੋਂਗ ਐਸਿਡ ਪਲੱਸ ਸਟਰੋਂਗ ਬੇਸ ਗਿਵਸ ਦੀ ਸੌਲਟ ਤੇ ਕੀ ਵਾਟਰ ਦਿੰਦੇ ਆ। ਹੁਣ ਸਟਰੋਂਗ ਐਸਿਡ ਜਦੋਂ ਸਟਰੋਂਗ ਬੇਸ ਨਾਲ ਰਿਐਕਟ ਕਰੂਗਾ ਆਪਾਂ ਨੂੰ ਕਿਹੜਾ ਐਸਿਡ ਦਿੰਦਾ? ਉਹ ਆਪਾਂ ਨੂੰ ਕੀ ਕਿਹੜਾ ਸੌਲਟ ਦਿੰਦਾ? ਨਿਊਟਰਲ ਸੌਲਟ ਦਿੰਦਾ ਜਿਹਦੀ pH ਵੈਲਿਊ ਕਿੰਨੀ ਹੁੰਦੀ ਹੈ 7 ਹੁੰਦੀ ਹੈ, ਠੀਕ ਹੈ। ਯਾਦ ਰੱਖਣਾ ਜਦੋਂ ਵੀ ਸਟਰੋਂਗ ਐਸਿਡ ਸਟਰੋਂਗ ਬੇਸ ਨਾਲ ਰਿਐਕਟ ਕਰਦੇ ਆ ਆਪਾਂ ਨੂੰ ਕੀ ਨਿਊਟਰਲ ਸੌਲਟ ਦਿੰਦੇ ਆ, ਉਹਦੀ pH ਵੈਲਿਊ ਕਿੰਨੀ ਹੁੰਦੀ ਹੈ 7 ਹੁੰਦੀ ਹੈ। ਜਦੋਂ ਕਿ ਸਟਰੋਂਗ ਐਸਿਡ ਵੀਕ ਐਸਿਡ ਦੇ ਨਾਲ ਰਿਐਕਟ ਕਰਦਾ, ਠੀਕ ਹੈ, ਉਦੋਂ ਆਪਾਂ ਨੂੰ ਕਿਹੜਾ ਸੌਲਟ ਦਿੰਦਾ? ਉਦੋਂ ਆਪਾਂ ਨੂੰ ਕੀ ਹੈ ਜਿਵੇਂ ਸਟਰੋਂਗ ਐਸਿਡ ਹੈ ਤਾਂ ਮਤਲਬ ਇਹ ਕੀ ਹੈ ਇਹਦੇ ਵਿੱਚ ਕੀ ਹੈ ਐਸਿਡ ਜ਼ਿਆਦਾ ਹੋਊਗਾ, ਠੀਕ ਹੈ। ਤੇ ਉਦੋਂ ਆਪਾਂ ਨੂੰ ਕਿਹੜਾ ਸੌਲਟ ਦਿੰਦਾ? ਉਦੋਂ ਆਪਾਂ ਨੂੰ ਕੀ ਹੈ ਐਸਿਡਿਕ ਸੌਲਟ ਦਿੰਦਾ ਜਿਹਦੀ pH ਵੈਲਿਊ ਕੀ ਹੈ <7 ਹੋਊਗੀ, ਠੀਕ ਹੈ। ਤੇ ਸਟਰੋਂਗ ਬੇਸ ਪਲੱਸ ਵੀਕ ਐਸਿਡ ਗਿਵਸ ਦੀ ਸੌਲਟ ਪਲੱਸ ਵਾਟਰ। ਇਹਦੇ ਵਿੱਚ ਕਿਹੜਾ ਸੌਲਟ ਹੋਊਗਾ? ਇਹਦੇ ਵਿੱਚ ਕੀ ਸਟਰੋਂਗ ਬੇਸ ਹੈ, ਮਤਲਬ ਕਿ ਬੇਸ ਦੀਆਂ ਪ੍ਰੋਪਰਟੀਜ਼ ਜ਼ਿਆਦਾ ਹੋਣਗੀਆਂ ਹੈ ਨਾ, ਤੇ ਇਹ ਆਪਾਂ ਨੂੰ ਕੀ ਹੈ ਬੇਸਿਕ ਸੌਲਟ ਦਊਗਾ, ਠੀਕ ਹੈ। ਇਹਦੇ ਵਿੱਚ ਕੀ ਹੈ pH ਵੈਲਿਊ ਕਿੰਨੀ ਹੋਊਗੀ ਬੇਸਿਕ ਸੌਲਟ ਦੀ <7 ਹੋਊਗੀ, ਠੀਕ ਹੈ। ਨੈਕਸਟ ਆਪਾਂ ਪੜਾਂਗੇ ਕਾਮਨ ਸੌਲਟ ਬਾਰੇ ਪੜਾਂਗੇ। ਸੌਲਟ ਆਪਾਂ ਦੇਖ ਹੀ ਚੁੱਕੇ ਹਾਂ ਆਪਾਂ ਨੂੰ ਕਿੱਥੋਂ ਮਿਲਦਾ। ਜਦੋਂ ਵੀ ਆਪਾਂ ਕੀ ਹੈ NaOH ਨੂੰ ਕੀ ਹੈ HCl ਨਾਲ ਰਿਐਕਟ ਕਰਵਾਵਾਂਗੇ ਉਦੋਂ ਆਪਾਂ ਨੂੰ ਕੀ ਹੈ ਸੌਲਟ ਮਿਲਦਾ ਪਲੱਸ ਕੀ ਵਾਟਰ ਮਿਲਦਾ, ਠੀਕ ਹੈ। ਉਦੋਂ ਆਪਾਂ ਨੂੰ ਕੀ ਸੌਲਟ ਪਲੱਸ ਵਾਟਰ ਮਿਲਦਾ। ਉਦੋਂ ਆਪਾਂ ਨੂੰ ਕਿਹੜਾ ਸੌਲਟ ਮਿਲਦਾ NaCl, ਉਹਨੂੰ ਆਪਾਂ ਕੀ ਕਹਿੰਦੇ ਆ ਕਾਮਨ ਸੌਲਟ ਕਹਿੰਦੇ ਆ, ਉਹਨੂੰ ਆਪਾਂ ਕੀ ਕਹਿੰਦੇ ਆ ਕਾਮਨ ਸੌਲਟ, ਠੀਕ ਹੈ। ਆਪਾਂ ਨੂੰ ਪਤਾ ਹੈ ਜਿਹੜੇ ਕੀ ਸਮੁੰਦਰ ਹੁੰਦੇ ਨੇ ਹਨਾ ਉਹਨਾਂ ਦੇ ਵਿੱਚ ਆਪਾਂ ਨੂੰ ਕੀ ਹੈਗਾ ਸੌਲਟ ਮਿਲਦਾ ਕੀ ਹੈ ਰੌਕ ਦੀ ਫਾਰਮ ਦੇ ਵਿੱਚ ਸੌਲਟ ਮਿਲਦਾ। ਉਹਦੇ ਵਿੱਚ ਬਹੁਤ ਸਾਰੀ ਕੀ ਇੰਪਿਓਰਿਟੀਜ਼ ਹੁੰਦੀਆਂ ਨੇਗੀਆਂ, ਬਾਅਦ ਵਿੱਚ ਉਹ ਇੰਪਿਓਰਿਟੀਜ਼ ਨੂੰ ਰਿਮੂਵ ਕਰਕੇ ਆਪਾਂ ਨੂੰ ਕੀ ਇੱਕ ਸੌਲਟ ਮਿਲਦਾ ਜਿਹਨੂੰ ਆਪਾਂ ਕਿਚਨ ਵਗੈਰਾ ਦੇ ਵਿੱਚ ਯੂਜ਼ ਕਰਦੇ ਹਾਂ। ਇਸ ਦੇ ਵਿੱਚ ਆਪਾਂ ਕੀ ਹੈ ਕਾਮਨ ਸੌਲਟ ਤੋਂ ਕੀ ਹੈ ਹੋਰ ਵੀ ਸੌਲਟ ਤਿਆਰ ਕਰ ਸਕਦੇ ਹਾਂ ਜਿਵੇਂ ਕਿ ਸੋਡੀਅਮ ਹਾਈਡਰੋਕਸਾਈਡ, ਬੇਕਿੰਗ ਸੋਡਾ, ਵਾਸ਼ਿੰਗ ਸੋਡਾ, ਬਲੀਚਿੰਗ ਪਾਊਡਰ। ਕਾਮਨ ਸੌਲਟ ਤੋਂ ਕੀ ਇਹ ਸਾਰੇ ਸੌਲਟ ਕੀ ਤਿਆਰ ਕੀਤੇ ਜਾਂਦੇ, ਇਹਨਾਂ ਨੂੰ ਹੁਣ ਆਪਾਂ ਕੀ ਡਿਟੇਲ ਦੇ ਵਿੱਚ ਪੜਾਂਗੇ। ਸੋਡੀਅਮ ਹਾਈਡਰੋਕਸਾਈਡ ਦਾ ਫਾਰਮੂਲਾ ਕੀ ਹੈ NaOH, ਠੀਕ ਹੈ। when electricity is passed through an aqueous solution of sodium chloride it decomposes to form the sodium hydroxide, the process called the chlor-alkali process। ਜਦੋਂ ਵੀ ਆਪਾਂ ਕੀ ਸੋਡੀਅਮ ਕਲੋਰਾਈਡ aqueous solution of sodium chloride ਨੂੰ ਆਪਾਂ ਕੀ ਹੈ ਬ੍ਰਾਈਨ ਕਹਿੰਦੇ ਆ, ਠੀਕ ਹੈ।
एक ही है इंपॉर्टेंट पॉइंट है, हमेशा याद रखना है। एक्वा सोल्यूशन ऑफ सोडियम क्लोराइड ਨੂੰ ਆਪਾਂ ਕੀ ਹੈ ਬ੍ਰਾਈਨ ਸੋਲਿਊਸ਼ਨ ਕਹਿੰਦੇ ਆ। ਜਦੋਂ ਕੀ ਹੈ ਸੋਡੀਅਮ ਕਲੋਰਾਈਡ ਦੇ ਵਿੱਚੋਂ ਆਪਾਂ ਨੂੰ ਕੀ ਹੈ ਇਲੈਕਟ੍ਰਿਸਿਟੀ ਪਾਸ ਕਰਦੇ ਆ ਤੇ ਉਹ ਡੀਕੰਪੋਜ਼ ਹੋ ਜਾਂਦਾ ਕਿਹਦੇ ਵਿੱਚ ਸੋਡੀਅਮ ਹਾਈਡਰੋਕਸਾਈਡ ਦੇ ਵਿੱਚ। ਉੱਥੋਂ ਆਪਾਂ ਨੂੰ ਕੀ ਸੋਡੀਅਮ ਹਾਈਡਰੋਕਸਾਈਡ ਮਿਲ ਜਾਂਦਾ ਤੇ ਉਸ ਪ੍ਰੋਸੈਸ ਨੂੰ ਆਪਾਂ ਕੀ ਕਹਿੰਦੇ ਕਲੋਰ ਅਲਕਲੀ ਪ੍ਰੋਸੈਸ ਕਹਿੰਦੇ ਆ। क्लोर मीनस की है क्लोरीन, ठीक है, इसलिए ਉਹਦਾ क्लोरीन तो नाम की क्लोर रखता। अल्कली अपन पता है NaOH की है बेस है, बेस ਨੂੰ ਆਪਾਂ ਕੀ अल्कली भी कहने हैं, ठीक है, तो ਇਹਦਾ नाम की है अल्कली। इत्थों क्लोर अल्कली प्रोसैस ਇਹਨੂੰ ਕਿਹਾ ਜਾਂਦਾ, ठीक है। सोडियम क्लोराइड ਨੂੰ ਆਪਾਂ ਕੀ ਐਕਵਸ ਫਾਰਮ ਦੇ ਵਿੱਚ ਜਦੋਂ ਸੋਡੀਅਮ ਕਲੋਰਾਈਡ ਹੋਊਗਾ ਉਦੋਂ ਆਪਾਂ ਕੀ ਉਹਦੇ ਵਿੱਚ ਇਲੈਕਟ੍ਰਿਸਿਟੀ ਪਾਸ ਕਰਵਾਵਾਂਗੇ ਤਾਂ ਉਦੋਂ ਆਪਾਂ ਨੂੰ ਕੀ ਸੋਡੀਅਮ ਹਾਈਡਰੋਕਸਾਈਡ ਮਿਲੂਗਾ, क्लोरीन गैस रिलीज़ होगी तो कि हाइड्रोजन गैस रिलीज़ होगी। नेक्स्ट आप पढ़ांगे ब्लीचिंग पाउडर। ब्लीचिंग पाउडर का फॉर्मूला की है कैल्शियम ऑक्सीक्लोराइड, ठीक है। ਇਹਦੇ ਵਿੱਚ ਜਿਹੜੀ ਆਪਣੇ ਕੀ ਫਰਸਟ ਦੇ ਵਿੱਚ ਕਲੋਰੀਨ ਗੈਸ ਰਿਲੀਜ਼ ਹੋਈ ਸੀ ਉਹਨੂੰ ਆਪਾਂ ਕੀ ਇਸ ਰਿਐਕਸ਼ਨ ਦੇ ਵਿੱਚ ਯੂਜ਼ ਕਰਾਂਗੇ। ਕਲੋਰੀਨ ਗੈਸ ਇਜ਼ ਯੂਜ਼ਡ ਫॉर ਦੀ ਮੈਨੂਫੈਕਚਰ ਆਫ ਬਲੀਚਿੰਗ ਪਾਊਡਰ। ਬਲੀਚਿੰਗ ਪਾਊਡਰ ਨੂੰ ਆਪਾਂ ਕੀ ਹੈ ਬਣਾਉਣ ਦੇ ਲਈ ਆਪਾਂ ਕੀ ਕਲੋਰੀਨ ਗੈਸ ਦਾ ਯੂਜ਼ ਕਰਾਂਗੇ। ਜਦੋਂ ਵੀ ਕੈਲਸ਼ੀਅਮ ਹਾਈਡਰੋਕਸਾਈਡ ਦੇ ਵਿੱਚੋਂ ਕੀ ਹੈ ਕਲੋਰੀਨ ਗੈਸ ਪਾਸ ਕਰਵਾਈ ਜਾਂਦੀ ਹੈ ਤਾਂ ਆਪਾਂ ਨੂੰ ਕੀ ਕੈਲਸ਼ੀਅਮ ਆਕਸੀਕਲੋਰਾਈਡ ਮਿਲਦਾ ਜਿਹਨੂੰ ਆਪਾਂ ਕੀ ਕਹਿੰਦੇ ਆ ਬਲੀਚਿੰਗ ਪਾਊਡਰ ਕਹਿੰਦੇ ਆ, ਠੀਕ ਹੈ। प्लस की ਆਪਾਂ ਨੂੰ ਵਾਟਰ ਮਿਲਦਾ। ਅੱਗੇ ਆਪਾਂ ਕੀ ਬਲੀਚਿੰਗ ਪਾਊਡਰ ਦੇ ਕੀ ਯੂਜ਼ਸ ਕੀ ਯੂਜ਼ਸ ਨੇ ਉਹਦੇ ਉਹ ਦੇਖਾਂਗੇ। इट इज़ एन ऑक्सीडाइजिंग एजेंट इन मैनी कैमिकल सबसटांसिस। इनू की ऑक्सीडाइजिंग एजेंट के तौर पर की है कैमिकल इंडस्ट्रीज जिहड़ियां ने वो की है वरतदियां ने, ठीक है। टू मेक दी ड्रिंकिंग वाटर फ्री फ्रॉम जर्म्स है ना, इनू आपां की है वाटर नू की है प्योर करन दे लई वरतदे हैं क्योंकि जर्म्स तो की है फ्री हो सके, ठीक है। For bleaching wood pulp in the paper industry for bleaching washed clothes in laundry है ना, इनू की आप पेपर इंडस्ट्री दे विच भी यूज़ करते हैं तो की है अपने कपड़े धोने के लिए लॉन्ड्री दे विच उत्थे भी आप ब्लीचिंग पाउडर का यूज़ करते हैं। नैक्सट आप पढ़ांगे बेकिंग सोडा। बेकिंग सोडा के बारे पढ़ांगे। द बेकिंग सोडा इज़ कॉमनली यूज्ड इन किचन फॉर मेकिंग टेस्टी पकौड़ाज है ना। बेकिंग सोडा नूं आपां जनरली की आपां देखते हैं किचन दे विच यूज़ करते हैं जदों भी आपां पकौड़े बनाने हुंदे आ उदों आपां की बेकिंग सोडा का यूज़ करते हैं। समटाइम इट इज़ एडिड फॉर द फास्टर कुकिंग। कई बार आपां की है जल्दी कुक करने के लिए भी आपां की बेकिंग सोडा का इस्तेमाल करते हैं, ठीक है। तो कैमिकल नेम बेकिंग सोडा का कैमिकल नेम की है सोडियम हाइड्रोजन कार्बोनेट है, ठीक है। ये कैमिकल नेम की है सोडियम हाइड्रोजन कार्बोनेट, इनकी सोडियम बाइकार्बोनेट भी कह देंगे हैं, ठीक है। जिवें हुण आपां इहदी की देखांगे मैन्युफैक्चरिंग किवें आपां इहनूं तैयार करते हैं। तो कॉमन सॉल्ट दे विच की वाटर ऐड किया जाता है, कार्बन डाइऑक्साइड ते अमोनीया नूं जदों की मिक्स कर देंगे उदों आपां नूं की अमोनीयम क्लोराइड मिलता है। प्लस आपां नूं की बेकिंग सोडा सोडियम हाइड्रोजन कार्बोनेट मिलता है, ठीक है। इस तरह आपां की बेकिंग सोडा नूं तैयार कर सकते हैं। कैमिकल इंडस्ट्री के बेकिंग सोडा तैयार किया जाता है। यूजेस ऑफ बेकिंग सोडा। बेकिंग सोडा के की यूजेस ने हुण आपां पहला पढ़ चुके हैं। किचन के इहदा यूज़ किया जाता है। इहदा यूज़ की एज एन इनग्रीडिएंट एंटाएसिड। एंटाएसिड दे विच भी इहनूं की है इंग्रीडिएंट एक तरह का की इंग्रीडिएंट पाया जाता है एंटाएसिड दे विच। यूजड इन फायर एक्सटिंग्विशर है ना, इनू की जिहड़े आपां अग बुझाउण दे लई कि सिलेंडर हुंदे आ उहदे विच भी आपां बेकिंग सोडा पाया जाता है, ठीक है। फॉर मेकिंग बेकिंग पाउडर बनाउण दे लई आपां बेकिंग सोडा का यूज़ करते हैं, ठीक है। बेकिंग पाउडर की हुंदा, बेकिंग पाउडर इज़ यूज्ड इन ब्रैड एंड केक्स टू मेक इट सॉफ्ट एंड स्पॉन्जी है ना। आपां देखते हैं केक दे विच की बेकिंग पाउडर पाया जाता है, केक नूं की सॉफ्ट ते की स्पॉन्जी बनाउण दे लई आपां की करते हैं बेकिंग पाउडर पाने हैं। बेकिंग पाउडर की तो तैयार किया जाता है बेकिंग सोडा तो तैयार किया जाता है। इहदी कुछ की प्रॉपर्टीज़ ने बेकिंग सोडा दियाँ। इट इज़ माइल्ड नॉन करोसिव बेस, एक है माइल्ड है तो एक है नॉन करोसिव बेस है। वैन इट इज़ हीटिड ड्यूरिंग कुकिंग, जो आप इनू की हीट करते हैं कुकिंग के दौरान उदों की है सोडियम कार्बोनेट वाटर ते की कार्बन डाइऑक्साइड दे विच की डिकंपोज हो जाता है, ठीक है। नैक्सट आप पढ़ांगे वॉशिंग सोडा। वॉशिंग सोडा का फार्मूला की है Na2CO3 10H2। इनू आप सोडियम कार्बोनेट डेकाहाइड्रेट कहते हैं, ठीक है। ये डेका किवें ने इहदे विच की 10 मॉलिक्यूल्स लगे हुए हैं वाटर की, ठीक है।
ਇਹਨੂੰ ਆਪਾਂ ਕਿਵੇਂ ਤਿਆਰ ਕਰਦੇ ਹਾਂ, ਸੋਡੀਅਮ ਕਾਰਬੋਨੇਟ ਨੂੰ ਕੀ ਆ ਵਾਟਰ ਦੇ ਵਿੱਚ ਜਦੋਂ ਮਿਕਸ ਕਰਦੇ ਆ ਉਦੋਂ ਆਪਾਂ ਨੂੰ ਕੀ ਕ੍ਰਿਸਟਲਾਈਨ ਫਾਰਮ ਦੇ ਵਿੱਚ ਕੀ ਮਿਲ ਜਾਂਦਾ, ਉਹਨੂੰ ਆਪਾਂ ਕੀ ਕਹਿੰਦੇ ਆ ਵਾਸ਼ਿੰਗ ਸੋਡਾ ਕਹਿੰਦੇ ਆ। ਠੀਕ ਹੈ, ਇੱਕ ਹੀ ਕ੍ਰਿਸਟਲ ਫਾਰਮ ਦੇ ਵਿੱਚ ਆਪਾਂ ਨੂੰ ਮਿਲਦਾ, ਉਹਨੂੰ ਦੁਬਾਰਾ ਕੀ ਕ੍ਰਿਸਟਲ ਫਾਰਮ ਦੇ ਵਿੱਚ ਲਿਆਇਆ ਜਾਂਦਾ, ਉਹਨੂੰ ਆਪਾਂ ਕੀ ਕਹਿੰਦੇ ਆ ਵਾਸ਼ਿੰਗ ਸੋਡਾ ਕਹਿੰਦੇ ਆ। ਇਹਦੇ ਕੀ ਯੂਜ਼ਸ ਕੀ ਯੂਜ਼ ਨੇ, ਯੂਜ਼ ਇਨ ਗਲਾਸ, ਸੋਪ ਐਂਡ ਪੇਪਰ ਇੰਡਸਟਰੀ, ਪੇਪਰ ਇੰਡਸਟਰੀ ਤੇ ਸੋਪ ਦੇ ਵਿੱਚ ਇਹਨੂੰ ਯੂਜ਼ ਕੀਤਾ ਜਾਂਦਾ। ਮੈਨੂਫੈਕਚਰ ਆਫ ਬੋਰੈਕਸ ਨੂੰ ਬਣਾਉਣ ਦੇ ਲਈ ਕੀ ਵਾਸ਼ਿੰਗ ਸੋਡਾ ਦਾ ਯੂਜ਼ ਕੀਤਾ ਜਾਂਦਾ। ਕਲੀਨਿੰਗ ਏਜੰਟ ਫॉर ਡੋਮੈਸਟਿਕ ਪਰਪਸ, ਇਹਨੂੰ ਕੀ ਡੋਮੈਸਟਿਕ ਪਰਪਸ ਲਈ ਯੂਜ਼ ਕੀਤਾ ਜਾਂਦਾ। ਰਿਮੂਵਿੰਗ ਪਰਮਾਨੈਂਟ ਹਾਰਡਨੈਸ ਆਫ ਵਾਟਰ, ਇਹ ਕੀ ਆ ਵਾਟਰ ਦੀ ਕੀ ਆ ਹਾਰਡਨੈਸ ਨੂੰ ਪਰਮਾਨੈਂਟਲੀ ਰਿਮੂਵ ਕਰਨ ਦੇ ਲਈ ਆਪਾਂ ਕੀ ਵਾਸ਼ਿੰਗ ਸੋਡਾ ਦਾ ਯੂਜ਼ ਕਰਦੇ ਹਾਂ। ਨੈਕਸਟ ਕੀ ਆ, ਆਰ ਦ ਕ੍ਰਿਸਟਲ ਆਫ ਦੀ ਸੋਲਟਸ ਆਰ ਰੀਅਲੀ ਡਰਾਈ, ਹੈ ਨਾ। ਕ੍ਰਿਸਟਲਸ ਆਪਾਂ ਕਹਿੰਦੇ ਕਿ ਜਿਹੜੇ ਕਿ ਕ੍ਰਿਸਟਲ ਹੁੰਦੇ ਆ ਸੋਲਟ ਦੇ, ਜਿਹੜੇ ਕ੍ਰਿਸਟਲਸ ਹੁੰਦੇ ਆ ਉਹ ਕੀ ਰੀਅਲੀ ਡਰਾਈ ਹੁੰਦੇ ਆ, ਆਪਾਂ ਨੂੰ ਉਹ ਕੀ ਦੇਖਣ 'ਚ ਡਰਾਈ ਲੱਗਦੇ ਹੁੰਦੇ ਆ ਪਰ ਉਹ ਡਰਾਈ ਨਹੀਂ ਹੁੰਦੇ, ਹੈ ਨਾ। ਜਿਵੇਂ ਆਪਾਂ ਕੀ ਕਾਪਰ ਸਲਫੇਟ ਲੈ ਲੈਂਦੇ ਹਾਂ, ਕਾਪਰ ਸਲਫੇਟ ਦਾ ਫਾਰਮੂਲਾ ਕੀ ਹੁੰਦਾ CuSO4 5 ਵਾਟਰ ਮੋਲੀਕੂਲਸ। ਕਾਪਰ ਸਲਫੇਟ ਦੇ ਨਾਲ ਹਮੇਸ਼ਾ ਕੀ 5 ਵਾਟਰ ਮੋਲੀਕੂਲਸ ਲੱਗੇ ਹੁੰਦੇ ਨੇ, ਇਹ ਕੀ ਫਿਕਸ ਹੁੰਦੇ ਨੇ। ਠੀਕ ਹੈ, ਕਾਪਰ ਸਲਫੇਟ ਦਾ ਜਿਹੜਾ ਕਲਰ ਹੁੰਦਾ ਉਹ ਕੀ ਬਲੂ ਹੁੰਦਾ, ਬਟ ਜਦੋਂ ਆਪਾਂ ਇਹਨੂੰ ਕੀ ਹੀਟ ਕਰਦੇ ਆ ਉਦੋਂ ਕੀ ਹੁੰਦੇ ਆ, ਇਹ ਜਿਹੜੇ 5 ਵਾਟਰ ਮੋਲੀਕੂਲਸ ਹੁੰਦੇ ਆ ਇਹ ਕੀ ਲੂਜ਼ ਹੋ ਜਾਂਦੇ ਆ, ਇਹ ਕੀ ਰਿਮੂਵ ਹੋ ਜਾਂਦੇ ਆ ਵਾਟਰ ਮੋਲੀਕੂਲਸ, ਤੇ ਆਪਣੇ ਕੋਲੇ ਸਿਰਫ ਕੀ ਕਾਪਰ ਸਲਫੇਟ ਰਹਿ ਜਾਂਦਾ ਜਿਹਦਾ ਕੀ ਜਿਹੜਾ ਕੀ ਵਾਈਟ ਕਲਰ ਦੇ ਵਿੱਚ ਆਪਾਂ ਨੂੰ ਮਿਲਦਾ। ਠੀਕ ਹੈ, ਬਟ ਜਦੋਂ ਆਪਾਂ ਇਹਨੂੰ ਦੁਬਾਰਾ ਕੀ ਵਾਟਰ ਦੇ ਵਿੱਚ ਆਪਾਂ ਇਹਨੂੰ ਮਿਕਸ ਕਰਦੇ ਆ ਆਪਾਂ ਨੂੰ ਦੁਬਾਰਾ ਉਹਦਾ ਕੀ ਬਲੂ ਕਲਰ ਮਿਲ ਜਾਂਦਾ, ਦੁਬਾਰਾ ਆਪਾਂ ਨੂੰ ਕੀ ਕਾਪਰ ਸਲਫੇਟ ਕੀ ਉਹਦੇ ਨਾਲ ਕੀ 5 ਵਾਟਰ ਮੋਲੀਕੂਲਸ ਮਿਲ ਜਾਂਦੇ ਨੇ। ਠੀਕ ਹੈ, ਹੁਣ ਆਪਾਂ ਨੂੰ ਇੱਥੇ ਕੀ ਕਾਪਰ ਸਲਫੇਟ ਤਾਂ ਆਪਾਂ ਨੂੰ ਕੀ ਦਿਖਦਾ ਸੀ ਕਿ ਡਰਾਈ ਹੈ, ਬਟ ਜਦੋਂ ਆਪਾਂ ਇਹਨੂੰ ਹੀਟ ਕੀਤਾ ਇਹਦੇ ਵਿੱਚ ਵਾਟਰ ਮੋਲੀਕੂਲਸ ਨਿਕਲ ਕੇ ਆਪਾਂ ਨੂੰ ਉਹਦੇ ਕੀ ਕਲਰ ਕੀ ਵਾਈਟ ਮਿਲੇ, ਬਟ ਜਦੋਂ ਆਪਾਂ ਕਾਪਰ ਸਲਫੇਟ ਨੂੰ ਦੁਬਾਰਾ ਵਾਟਰ ਮੋਲੀਕੂਲਸ ਦੇ ਵਿੱਚ ਕੀਤਾ ਆਪਾਂ ਨੂੰ ਦੁਬਾਰਾ ਉਹ ਕੀ ਕ੍ਰਿਸਟਲ ਫਾਰਮ ਦੇ ਵਿੱਚ ਮਿਲ ਗਿਆ, ਉਹਨੂੰ ਆਪਾਂ ਕੀ ਕਾਪਰ ਸਲਫੇਟ ਕਹਿੰਦੇ ਹਾਂ। ਠੀਕ ਹੈ, ਨੈਕਸਟ ਆਪਾਂ ਕਰਾਂਗੇ ਪਲਾਸਟਰ ਆਫ ਪੈਰਿਸ। ਠੀਕ ਹੈ, ਪਲਾਸਟਰ ਆਫ ਪੈਰਿਸ ਦੇ ਵਿੱਚ ਕੀ ਔਨ ਹੀਟਿੰਗ ਜਿਪਸਮ, ਹੈ ਨਾ, ਐਡ ਕੀ 330। ਨੈਕਸਟ ਆਪਾਂ ਪੜਾਂਗੇ ਪਲਾਸਟਰ ਆਫ ਪੈਰਿਸ ਔਨ ਹੀਟਿੰਗ ਦੀ ਜਿਪਸਮ ਐਟ 373 ਕੈਲਵਿਨ। ਇਹਨੂੰ ਆਪਾਂ ਜਦੋਂ ਹੀਟ ਕਰਾਂਗੇ ਕਿੰਨੇ ਟੈਂਪਰੇਚਰ ਦੇ ਉੱਤੇ 373 ਟੈਂਪਰੇਚਰ ਦੇ ਉੱਤੇ ਹੀਟ ਕਰਾਂਗੇ, ਇਹ ਕੀ ਕਰਦਾ, ਇਟ ਲੂਜ਼ਸ ਦੀ ਵਾਟਰ ਮੋਲੀਕੂਲਸ ਐਂਡ ਬਿਕਮਸ ਦੀ ਕੈਲਸ਼ੀਅਮ ਹਾਈਡਰੇਟ, ਉਹਨੂੰ ਆਪਾਂ ਕੀ ਕਹਿੰਦੇ ਆ ਪਲਾਸਟਰ ਆਫ ਪੈਰਿਸ ਕਹਿੰਦੇ ਆ, ਉਹਨੂੰ POP ਕੀ ਵੀ ਕਹਿੰਦੇ ਆ। ਜਦੋਂ ਜਿਪਸਮ ਦਾ ਫਾਰਮੂਲਾ ਕੀ ਹੈ ਕੈਲਸ਼ੀਅਮ ਸਲਫੇਟ ਹੈਗਾ ਤੇ ਉਹਦੇ ਨਾਲ ਕੀ 2 ਵਾਟਰ ਮੋਲੀਕੂਲ ਲੱਗਿਆ, ਜਦੋਂ ਉਹਨੂੰ ਆਪਾਂ ਹੀਟ ਕਰਦੇ ਆ ਇੰਨੇ ਟੈਂਪਰੇਚਰ ਦੇ ਉੱਤੇ ਉਹ ਕੀ ਵਾਟਰ ਨੂੰ ਕੀ ਕਰਦਾ, ਵਾਟਰ ਮੋਲੀਕੂਲਸ ਨੂੰ ਲੂਜ਼ ਕਰ ਦਿੰਦਾ ਤੇ ਉਹ ਕੀ ਬਣ ਜਾਂਦਾ ਕੈਲਸ਼ੀਅਮ ਹੈਮੀਹਾਈਡਰੇਟ ਬਣ ਜਾਂਦਾ। ਪਹਿਲੇ ਇਹਦੇ ਕੋਲ ਕੀ 2 ਵਾਟਰ ਮੋਲੀਕੂਲ ਸੀਗੇ, ਜਦੋਂ ਉਹਨੇ ਆਪਾਂ ਹੀਟ ਕੀਤਾ ਇਹਦੇ ਕੋਲ ਇੱਕ ਸਿਰਫ ਕੀ ਹਾਫ ਵਾਟਰ ਮੋਲੀਕੂਲ ਰਹਿ ਗਏ, ਉਹਨੂੰ ਆਪਾਂ ਕੀ ਕਹਿੰਦੇ ਆ ਪਲਾਸਟਰ ਆਫ ਪੈਰਿਸ ਕਹਿੰਦੇ ਆ। ਠੀਕ ਹੈ, ਉਹਨੂੰ POP ਵੀ ਕਹਿੰਦੇ ਆ। ठीक है, यूजेस की ने डॉक्टर यूजिंग टू सपोर्ट दी फ्रैक्चर्ड बोन्स, डॉक्टर इहदा की यूज़ करते हैं जो भी आप देखते हैं अपनी कोई फ्रैक्चर हो जाता उन्होंने आप प्लास्टर लगा दें, वो प्लास्टर के की यूज़ किया जाता, प्लास्टर ऑफ पैरिस यूज़ किया जाता। नैक्सट की है फॉर मेकिंग दी टॉयज़ डेकोरेशन मटीरियल, एनू की प्लास्टर ऑफ पैरिस नू की है टॉयज़ बनाने के लिए ते डेकोरेशन मटीरियल बनाने के लिए भी यूज़ किया जाता है। फॉर मेकिंग दी सरफेस स्मूथ, ये कि सरफेस नू स्मूथ बनाने के लिए यूज़ भी किया जाता है। जिवें कि हुण आपां घरां दे विच कि आपां अक्सर देखते हैं आपां कि POP कराउने आ, वो की है POP की हुंदी है प्लास्टर ऑफ पैरिस हुंदी है। ठीक है, अगे की है जो आप कैल्शियम सल्फेट जोड़ा मतलब POP से अपनी की वाइट पाउडर फॉर्म के सीगा, कैल्शियम सल्फेट हैमीहाइड्रेट में जो आप दोबारा की वाटर मॉलिक्यूल्स के मिक्स करते हैं वो आपको दोबारा की जिप्सम फॉर्म के मिल जाता, आप इन्हें दोबारा जिप्सम फॉर्म के तैयार कर सकते हैं। ठीक है, ना आप कुछ क्वेश्चंस कर लेंगे। फर्स्ट क्वेश्चन की है, यू हैव 2 सॉल्यूशंस A and B, the pH of solution A is 6 and the pH of solution B is 8. Which solution has more hydrogen ion concentration? Which of this is acidic and which of this is basic? ਹੁਣ ਆਪਣੇ ਕੋਲੇ ਕੀ ਹੈ 2 ਕੀ ਸੋਲੂਸ਼ਨ ਦਿੱਤੇ ਹੋਏ ਹੈ। ਠੀਕ ਹੈ, ਇੱਕ ਸੋਲੂਸ਼ਨ ਕੀ ਹੈ A ਹੈ, ਜਿਵੇਂ ਆਪਾਂ ਟੈਸਟ ਟਿਊਬ ਦੇ ਵਿੱਚ ਲੈ ਲੈਂਦੇ ਹਾਂ, ਇੱਕ ਸੋਲੂਸ਼ਨ ਕੀ ਹੈ B ਹੈ। ਠੀਕ ਹੈ, ਸੋਲੂਸ਼ਨ A ਦੀ ਇਹਨਾਂ ਨੇ pH ਵੈਲਿਊ ਦਿੱਤੀ ਹੋਈ ਹੈ 6
ਤੇ B ਦੀ ਇਹਨਾਂ ਨੇ pH ਵੈਲਿਊ ਦਿੱਤੀ ਹੋਈ ਹੈ 8 ਹੈ। ਹੁਣ ਇਹ ਕਹਿੰਦੇ ਕਿ ਆਪਣੇ ਕੋਲੇ ਕੀ ਹੈ ਵਿਚ ਸੋਲਿਊਸ਼ਨ ਹੈਜ਼ ਮੋਰ ਹਾਈਡਰੋਜਨ ਆਇਨ ਕੰਸਨਟ੍ਰੇਸ਼ਨ। ਇਹਦੇ ਵਿੱਚ ਆਪਾਂ ਦੱਸਣਾ ਕਿਹੜੇ ਸੋਲਿਊਸ਼ਨ ਕੋਲੇ ਜ਼ਿਆਦਾ ਹਾਈਡਰੋਜਨ ਆਇਨ ਕੰਸਨਟ੍ਰੇਸ਼ਨ ਨੇ ਤੇ ਕਿਹੜਾ ਬੇਸਿਕ ਹੈ ਤੇ ਕਿਹੜਾ ਕੀ ਹੈ ਐਸਿਡਿਕ ਹੈ। ਹੁਣ ਆਪਾਂ ਪੜ੍ਹਿਆ ਸੀਗਾ ਜਿਹਦੀ pH ਵੈਲਿਊ ਕੀ ਹੈ ਲੈਸ ਦੈਨ 7 ਹੁੰਦੀ ਹੈ ਉਹ ਕੀ ਹੁੰਦੇ ਆ ਐਸਿਡਿਕ ਹੁੰਦੇ ਆ। ਠੀਕ ਹੈ, ਤੇ ਐਸਿਡਿਕ ਹੋਣਗੇ ਤਾਂ ਇਟ ਮੀਨਸ ਉਹਦੇ ਕੋਲੇ ਜ਼ਿਆਦਾ ਕੀ ਹੈ ਹਾਈਡਰੋਜਨ ਆਇਨ ਕੰਸਨਟ੍ਰੇਸ਼ਨ ਜ਼ਿਆਦਾ ਹੋਣਗੇ। ਹੁਣ ਇਹਦੇ ਕੋਲ pH ਵੈਲਿਊ ਕੀ ਹੈ ਲੈਸ ਦੈਨ -7 ਉਹ ਕੀ ਹੁੰਦੇ ਆ ਐਸਿਡਿਕ ਹੁੰਦੇ ਆ ਤੇ ਉਹਨਾਂ ਕੋਲ ਕੀ ਹੈ ਮੋਰ H+ ਆਇਨ ਕੰਸਨਟ੍ਰੇਸ਼ਨ ਹੁੰਦੀ ਹੈ। ਠੀਕ ਹੈ, ਉਹਨਾਂ ਕੋਲ ਜ਼ਿਆਦਾ H+ ਆਇਨਸ ਹੁੰਦੇ ਆ। ਠੀਕ ਹੈ, ਹੁਣ pH ਵੈਲਿਊ ਲੈਸ ਦੈਨ 7 ਕਿਹਦੀ ਹੈ ਇਹਦੀ ਹੈ ਤਾਂ ਇਟ ਮੀਨਸ ਇਹ ਕੀ ਹੈ ਐਸਿਡਿਕ ਹੈ ਤੇ ਇਹਦੇ ਕੋਲ ਕੀ ਹੈ ਜ਼ਿਆਦਾ H+ ਆਇਨ ਕੰਸਨਟ੍ਰੇਸ਼ਨ ਹੈ। ਤੇ ਆ ਕੀ ਹੈ ਜਿਹੜਾ ਆਪਾਂ ਦੇਖਿਆ ਸੀਗਾ pH ਵੈਲਿਊ ਜੇ ਕੀ ਹੈ ਗ੍ਰੇਟਰ ਦੈਨ 7 ਤੋਂ ਕੀ ਹੈ ਜ਼ਿਆਦਾ ਹੋਊਗੀ ਉਹ ਕੀ ਹੈ ਬੇਸਿਕ ਸੋਲਿਊਸ਼ਨ ਹੁੰਦੇ ਆ। ਹੁਣ ਇਹ ਕੀ ਹੈ 7 ਤੋਂ ਜ਼ਿਆਦਾ ਤੇ ਇਹ ਕੀ ਹੈ ਬੇਸਿਕ ਸੋਲਿਊਸ਼ਨ ਹੈ ਤੇ ਇਹਦੇ ਕੋਲ ਕੀ ਹੈ ਕੰਸਨਟ੍ਰੇਸ਼ਨ ਆਫ H+ ਆਇਨਸ ਕੀ ਹੋਣਗੇ ਘੱਟ ਹੋਣਗੇ। ਠੀਕ ਹੈ, ਇਹਦੇ ਕੋਲ ਕੰਸਨਟ੍ਰੇਸ਼ਨ ਆਫ OH- ਆਇਨਸ ਜ਼ਿਆਦਾ ਹੋਣਗੇ ਬੇਸਿਕ ਸੋਲਿਊਸ਼ਨ ਦੇ ਵਿੱਚ। ਨੈਕਸਟ ਕੀ ਹੈ ਡੂ ਦੀ ਬੇਸਿਕ ਸੋਲਿਊਸ਼ਨ ਆਲਸੋ ਹੈਵ H+ ਆਇਨਸ। ਠੀਕ ਹੈ, ਇਹ ਕੀ ਕਹਿੰਦੇ ਬੇਸਿਕ ਸੋਲਿਊਸ਼ਨ ਆਲਸੋ ਹੈਵ H+ ਆਇਨਸ। ਕਹਿੰਦੇ ਕੀ ਹੈ ਜਿਹੜੇ ਬੇਸਿਕ ਸੋਲਿਊਸ਼ਨ ਆ ਉਹਦੇ ਕੋਲ H+ ਆਇਨਸ ਹੁੰਦੇ ਆ, ਜੇ ਹੁੰਦੇ ਆ ਤਾਂ ਕਿਉਂ ਫਿਰ ਉਹ ਬੇਸਿਕ ਕਿਉਂ ਹੁੰਦਾ। ਠੀਕ ਹੈ, ਹੁਣ ਆਪਾਂ ਪੜ੍ਹਿਆ ਸੀ ਇੱਕ ਫਿਗਰ ਦੇਖੀ ਸੀ ਇੱਕ ਪਿਕਚਰ ਦੇਖੀ ਸੀ ਉਹਦੇ ਵਿੱਚ ਆਪਾਂ ਨੂੰ ਕੀ ਸੀਗਾ ਦੱਸਿਆ ਸੀਗਾ ਡੂ ਦੀ ਇਹਦੇ ਵਿੱਚ ਕੀ ਹੈ ਬੇਸਿਕ ਸੋਲਿਊਸ਼ਨ ਜਿਹੜੇ ਹੁੰਦੇ ਆ ਉਹਨਾਂ ਦੇ ਵਿੱਚ ਕੀ ਹੈ OH- ਕੰਸਨਟ੍ਰੇਸ਼ਨ ਜ਼ਿਆਦਾ ਹੁੰਦੀ ਹੈ ਤੇ H+ ਆਇਨਸ ਦੀ ਕੰਸਨਟ੍ਰੇਸ਼ਨ ਕੀ ਹੈ ਘੱਟ ਹੁੰਦੀ ਹੈ। ਤੇ ਜਿਹੜੇ ਐਸਿਡਿਕ ਸੋਲਿਊਸ਼ਨ ਹੁੰਦੇ ਆ ਉਹਨਾਂ ਦੇ ਵਿੱਚ ਕੀ ਹੈ H+ ਆਇਨਸ ਦੀ ਕੰਸਨਟ੍ਰੇਸ਼ਨ ਜ਼ਿਆਦਾ ਹੁੰਦੀ ਹੈ ਤੇ OH- ਦੀ ਕੰਸਨਟ੍ਰੇਸ਼ਨ ਕੀ ਹੈ ਘੱਟ ਹੁੰਦੀ ਹੈ। ਬੇਸਿਕ ਸੋਲਿਊਸ਼ਨ ਕੋਲੇ ਵੀ H+ ਆਇਨਸ ਹੁੰਦੇ ਆ ਬਟ ਉਹਦੀ ਕੰਸਨਟ੍ਰੇਸ਼ਨ ਕੀ ਹੈ ਘੱਟ ਹੁੰਦੀ ਹੈ ਤੇ OH- ਦੀ ਕੰਸਨਟ੍ਰੇਸ਼ਨ ਜ਼ਿਆਦਾ ਹੁੰਦੀ ਹੈ ਇਸ ਲਈ ਆਪਾਂ ਉਹਨੂੰ ਕੀ ਹੈ ਬੇਸਿਕ ਸੋਲਿਊਸ਼ਨ ਕਹਿੰਦੇ ਆ। ਠੀਕ ਹੈ, what is the common name of the compound calcium oxychloride। ਹੁਣ ਕੈਲਸ਼ੀਅਮ ਆਕਸੀਕਲੋਰਾਈਡ ਦਾ ਕਾਮਨ ਨੇਮ ਕੀ ਹੈਗਾ ਉਹਨੂੰ ਆਪਾਂ ਕੀ ਕਹਿੰਦੇ ਆ ਬਲੀਚਿੰਗ ਪਾਊਡਰ। ਕਾਮਨ ਨੇਮ ਕੀ ਸੀ ਬਲੀਚਿੰਗ ਪਾਊਡਰ। ਠੀਕ ਹੈ, ਨੈਕਸਟ ਕੀ ਹੈ ਨੇਮ ਦੀ ਸੋਡੀਅਮ ਕੰਪਾਊਂਡ ਵਿਚ ਇਜ਼ ਯੂਜ਼ਡ ਫॉर ਸੌਫਟਨਿੰਗ ਹਾਰਡ ਵਾਟਰ। ਹੈ ਨਾ, ਆਪਾਂ ਕੀ ਹੈ ਹਾਰਡ ਵਾਟਰ ਨੂੰ ਸੌਫਟ ਕਰਨ ਦੇ ਲਈ ਕਿਹੜਾ ਸੋਡੀਅਮ ਕੰਪਾਊਂਡ ਲੈਂਦੇ ਸੀ ਆਪਾਂ ਦੇਖਿਆ ਸੀ ਉਹਦੇ ਯੂਜ਼ਸ ਸੀਗੇ ਰਿਮੂਵਿੰਗ ਦੀ ਹਾਰਡਨੈਸ ਆਫ ਪਰਮਾਨੈਂਟ ਹਾਰਡਨੈਸ ਆਫ ਵਾਟਰ। ਜਿਹੜੇ ਕਿ ਵਾਟਰ ਦੀ ਹਾਰਡਨੈਸ ਨੂੰ ਪਰਮਾਨੈਂਟਲੀ ਰਿਮੂਵ ਕਰ ਦਿੰਦੇ ਤੇ ਉਹਨੂੰ ਕੀ ਹੈ ਸੌਫਟ ਬਣਾ ਦਿੰਦੇ ਆ। ਉਹ ਕੰਪਾਊਂਡ ਦਾ ਨਾਮ ਕੀ ਸੀਗਾ ਸੋਡੀਅਮ ਕਾਰਬੋਨੇਟ ਡੈਕਾਹਾਈਡ੍ਰੇਟ। ਉਹਦਾ ਨਾਮ ਕੀ ਸੀ ਇਹ ਕੀ ਉਹਦਾ ਕੈਮੀਕਲ ਫਾਰਮੂਲਾ ਉਹਦਾ ਨਾਮ ਸੀ ਵਾਸ਼ਿੰਗ ਸੋਡਾ। ਠੀਕ ਹੈ, ਵਾਸ਼ਿੰਗ ਸੋਡਾ ਦਾ ਨਾਮ ਸੀਗਾ। ਨੈਕਸਟ ਕੀ what will happen if a solution of sodium bicarbonate is heated give the equation of the reaction। ਇਸ ਕੁਐਸਚਨ ਦੇ ਵਿੱਚ ਕੀ ਸੀ ਸੋਡੀਅਮ ਬਾਈਕਾਰਬੋਨੇਟ ਸੋਡੀਅਮ ਹਾਈਡਰੋਜਨ ਕਾਰਬੋਨੇਟ ਨੂੰ ਜਦੋਂ ਆਪਾਂ ਕੀ ਹੀਟ ਕਰਦੇ ਸੀ। ਠੀਕ ਹੈ, ਹੀਟ ਕਰਦੇ ਹਾਂ ਉਹਦੇ ਵਿੱਚ ਕੀ ਆਪਾਂ ਨੂੰ ਸੋਡੀਅਮ ਕਾਰਬੋਨੇਟ ਪਲੱਸ ਕਾਰਬਨ ਡਾਈਆਕਸਾਈਡ ਪਲੱਸ ਕੀ ਵਾਟਰ ਜਦੋਂ ਆਪਾਂ ਉਹਨੂੰ ਹੀਟ ਕਰਦੇ ਸੀ ਆਪਣੀ ਸੋਡੀਅਮ ਕਾਰਬੋਨੇਟ ਕਾਰਬਨ ਡਾਈਆਕਸਾਈਡ ਤੇ ਕੀ ਵਾਟਰ ਰਿਲੀਜ਼ ਹੁੰਦਾ ਸੀ। ਇਹਦੇ ਵਿੱਚ ਕੀ ਹੈ ਸੋਡੀਅਮ ਇਹਦੇ ਵਿੱਚ ਕੀ ਹੈ ਕਾਰਬਨ ਡਾਈਆਕਸਾਈਡ ਰਿਲੀਜ਼ ਹੁੰਦੀ ਸੀ ਜਿਹਨੂੰ ਆਪਾਂ ਕੀ ਬਹੁਤ ਸਾਰੇ ਇਹਦੇ ਯੂਜ਼ਸ ਸੀ। ਇਹਨੂੰ ਆਪਾਂ ਕੀ ਫਾਇਰ ਐਕਸਟਿੰਗੁਇਸ਼ਰ ਦੇ ਵਿੱਚ ਯੂਜ਼ ਕਰ ਸਕਦੇ ਹਾਂ। ਇਹ ਸਾਰੇ ਇਹਦੇ ਕੀ ਯੂਜ਼ਸ ਸੀਗੇ। Next question ਕੀ ਹੈ write an equation to show the reaction between the plaster of Paris and the water। plaster of Paris ਦਾ ਫਾਰਮੂਲਾ ਕੀ ਸੀ ਕੈਲਸ਼ੀਅਮ ਸਲਫੇਟ ਹਾਫ ਵਾਟਰ ਮੋਲੀਕਿਊਲਸ। ਇਹਨੂੰ ਕੀ ਕਹਿੰਦੇ ਸੀ ਕੈਲਸ਼ੀਅਮ ਸਲਫੇਟ ਹੈਮੀਹਾਈਡਰੇਟ ਨੂੰ ਆਪਾਂ ਕੀ ਕਹਿੰਦੇ ਸੀ ਪਲਾਸਟਰ ਆਫ ਪੈਰਿਸ। ਜਦੋਂ ਇਹਨੂੰ ਆਪਾਂ ਕੀ ਵਾਟਰ ਮੋਲੀਕਿਊਲ ਦੇ ਨਾਲ ਰਿਐਕਟ ਕਰਵਾਵਾਂਗੇ ਤਾਂ ਆਪਾਂ ਨੂੰ ਕੀ ਜਿਪਸਮ ਮਿਲਦਾ ਸੀ ਕੈਲਸ਼ੀਅਮ ਸਲਫੇਟ to H2 ਇਹ ਜਿਪਸਮ ਦੇ ਵਿੱਚ ਕਨਵਰਟ ਹੋ ਜਾਂਦਾ ਸੀ। ਠੀਕ ਹੈ, ਇਹ ਆਪਣੇ ਕੀ ਕੁਐਸਚਨਸ ਕੰਪਲੀਟ ਹੋ ਗਏ। ਆਪਣਾ ਚੈਪਟਰ ਕੀ ਇੱਥੇ ਕੰਪਲੀਟ ਹੋ ਗਿਆ। ਹੁਣ ਆਪਾਂ ਕੀ ਨੈਕਸਟ ਚੈਪਟਰ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਆਪਾਂ ਕੀ ਨੈਕਸਟ ਚੈਪਟਰ ਕਰਾਂਗੇ।